ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਨਮੋਲ ਗੁਰਬਾਣੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ। ਆਪਣੇ ਜੀਵ ਦੇ ਸਵਾਦ ਵਾਸਤੇ ਜੀਵਾਂ ਨੂੰ ਮਾਰਨਾ ਜਾਂ ਜ਼ੁਲਮ ਕਰਕੇ ਪ੍ਰਾਣੀਆਂ ਨੂੰ ਸਤਾਉਣਾ ਇਸੇ ਨੂੰ ਹਿੰਸਾ ਕਹਿੰਦੇ ਹਨ। ਹੋਰ ਪੱਥਰ ਦੀਆਂ ਮੂਰਤਾਂ ਜੋ ਨਿਰਜੀਵ ਹਨ ਉਹਨਾਂ ਅੱਗੇ ਜਿੰਦ ਜਾਣ ਵਾਲੇ ਜੀਵ ਦੀ ਕੁਰਬਾਨੀ ਦੇਣੀ ਬਹੁਤ ਭਾਰੀ ਅਪਰਾਧ ਹੈ। ਗੁਰਬਾਣੀ ਅੰਦਰ ਫਰਮਾਨ ਹੈ, ਸਰਜਿਓ ਕਾਟੈ ਨਿਰਜਿਓ ਪੂਜ ਹੈ, ਅੰਤ ਕਾਲ ਕੋ ਭਾਰੀ। ਜੋ ਹਿੰਸਾ ਕਰਨ ਵਾਲਾ ਹਿੰਸਕ ਬੰਦਾ ਕਦੀ ਵੀ ਕਿਸੇ ਤੇ ਦਇਆ ਨਹੀਂ ਕਰ ਸਕਦਾ ਅਤੇ ਦਇਆ ਤੋਂ ਬਿਨਾ ਸਿੱਧ ਪੁਰਸ਼ ਵੀ ਕਸਾਈ ਰੂਪ ਹੈ, ਉਸ ਨੂੰ ਵੀ ਲੇਖਾ ਜ਼ਰੂਰ ਦੇਣਾ ਪਵੇਗਾ। कबीर जी जो मारे जोर कर, कहते हैं जो हलाल, दफ्तर दई जब काढ़ है, होएगा कौन हवाल। कंस ਦੀ ਸਭਾ ਵਿੱਚ ਰੋਜ਼ ਹਿੰਸਾ ਹੁੰਦੀ ਸੀ, ਮਾਸੂਮ ਬੱਚਿਆਂ ਨੂੰ ਮਾਰਿਆ ਜਾਂਦਾ ਸੀ, ਸਤਵੰਤੀਆਂ ਕੁਵਾਰੀਆਂ ਅਤੇ ਵਿਆਹੀਆਂ ਨਾਲ ਧੱਕਾ ਕੀਤਾ ਜਾਂਦਾ ਸੀ। ਫਿਰ ਉਸ ਦਾ ਅੰਤ ਕਰਨ ਵਾਸਤੇ ਕ੍ਰਿਸ਼ਨ ਜੀ ਨੂੰ ਅਵਤਾਰ ਧਾਰਨਾ ਪਿਆ, ਕਿਉਂਕਿ ਪ੍ਰਭੂ ਨੂੰ ਹਿੰਸਕ ਬੰਦਾ ਚੰਗਾ ਨਹੀਂ ਲੱਗਦਾ। ਦਇਆ ਧਰਮ ਦਾ ਮੂਲ ਹੈ। ਹਿੰਸਾ ਕਰਨ ਵਾਲਾ ਦਿਨ ਰਾਤ ਜੀਵਾਂ ਨੂੰ ਮਾਰਨ ਵਿੱਚ ਤਤਪਰ ਰਹਿੰਦਾ ਹੈ। ਉਹ ਮਾਇਆ ਵਧਾਉਣ ਖਾਤਰ ਕਈ ਆਦਮੀਆਂ ਦਾ ਗਲ ਘੁੱਟਦਾ ਹੈ, ਇਸ ਲਈ ਹਿੰਸਾ ਬੁਰੀ ਬਲਾ ਹੈ। ਇਸ ਲਈ ਗੁਰਬਾਣੀ ਇਸ ਤੋਂ ਬਚਣ ਦਾ ਉਪਦੇਸ਼ ਦਿੰਦੀ ਹੈ। ਬਾਟ ਪਾਟ ਕਰ ਮੂਸ ਬਿਰਾਨੋ, ਪੇਟ ਭਰੈ ਅਪਰਾਧੀ, ਜਹ ਪਰ ਲੋਕ ਜਾਏ ਅਪਕੀਰਤ, ਸੋਈ ਅਵਿਦਿਆ ਸਾਦੀ। ਅਤੇ ਹਿੰਸਾ ਤੋਂ ਮਨ ਤੇ ਨਹੀਂ ਛੂਟੀ, ਜੀ ਦਇਆ ਨਹੀਂ ਪਾਲੀ, ਪਰਮਾਨੰਦ ਸਾਧ ਸੰਗਤ ਮਿਲ, ਕਥਾ ਪਨੀਤ ਨਾ ਚਾਲੀ। ਇਹਨਾਂ ਤੁਕਾਂ ਵਿੱਚ ਹਿੰਸਕ ਜੀਵ ਦੀ ਦਸ਼ਾ ਦਾ ਵਰਣਨ ਕਰਕੇ ਦੱਸਿਆ ਗਿਆ ਹੈ ਅਤੇ ਇਸ ਤੋਂ ਬਚਣ ਦਾ ਉਪਦੇਸ਼ ਦਿੱਤਾ ਗਿਆ ਹੈ। ਪਰ ਇਹ ਹਿੰਸਾ ਕਰਮ ਤਾਂ ਹੀ ਦੂਰ ਹੋ ਸਕਦੇ ਹਨ ਜੇ ਸਤਿਗੁਰੂ ਜੀ ਦੇ ਚਰਨਾਂ ਦਾ ਭਰੋਸਾ ਹੋਵੇ। ਜਿਸ ਮਨ ਮਾਨੇ ਅਭਿਮਾਨ, ਨਾ ਤਾਕੋ ਹਿੰਸਾ ਲੋਭ ਵਿਸਾਰੇ। ਇਸ ਲਈ ਆਪਣੇ ਅਧੀਨ ਨੌਕਰ ਤੇ ਪਸ਼ੂਆਂ ਨੂੰ ਦੁਖੀ ਰੱਖਣਾ ਹਿੰਸਾ ਦੇ ਕਰਮ ਹਨ, ਕਿਉਂਕਿ ਜੀਵ ਨੂੰ ਮਾਰਨ ਸਮੇਂ ਮਨੁੱਖ ਅੰਦਰ ਹੱਦੋਂ ਵੱਧ ਕੇ ਬੇਰਹਿਮੀ ਹੁੰਦੀ ਹੈ। ਜੀਵ ਤੜਫ ਤੜਫ ਕੇ ਪ੍ਰਾਣ ਦਿੰਦਾ ਹੈ ਅਤੇ ਦੁੱਖ ਦਾ ਪ੍ਰਭਾਵ ਜੋ ਜੀਵ ਤੇ ਉਸ ਦਸ਼ਾ ਵਿੱਚ ਹੋਇਆ ਕਰਦਾ ਹੈ, ਉਸ ਦਾ ਸੂਖਮ ਅਸਰ ਮਾਸ ਖਾਣ ਵਾਲੇ ਤੇ ਜ਼ਰੂਰ ਹੀ ਪੈਂਦਾ ਹੈ। ਕਈ ਜੀਵ ਨੂੰ ਆਪ ਨਹੀਂ ਮਾਰਦੇ, ਕਸਾਈਆਂ ਪਾਸੋਂ ਮਰਿਆ ਖਰੀਦ ਲੈਂਦੇ ਹਨ। ਉਹਨਾਂ ਅੰਦਰ ਇਹ ਗੱਲ ਜ਼ਰੂਰ ਹੁੰਦੀ ਹੈ ਕਿ ਅਸੀਂ ਕਿਹੜਾ ਆਪ ਮਾਰਦੇ ਹਾਂ, ਅਸੀਂ ਕਿਹੜਾ ਹਿੰਸਾ ਕਰਦੇ ਹਾਂ, ਅਸੀਂ ਤਾਂ ਮਰਿਆ ਲਿਆ ਕੇ ਖਾਂਦੇ ਹਾਂ। ਪਾਪ ਤਾਂ ਮਾਰਨ ਵਾਲੇ ਨੂੰ ਲੱਗਦਾ ਹੈ, ਖਾਣ ਵਾਲੇ ਨੂੰ ਨਹੀਂ। ਪਰ ਮਾਸ ਖਾਣ ਵਾਲੇ ਨੂੰ ਗੁਰਬਾਣੀ ਵਿੱਚ ਪੂਤਨੇ ਦਾ ਦਰਜਾ ਦਿੱਤਾ ਗਿਆ ਹੈ। ਗੈਬਾਨ ਹੈਵਾਨ ਹਰਾਮ, ਕੁਸਤਨੀ ਮੁਰਦਾਨ ਬਖਰਾਏ। ਗੁਰਬਾਣੀ ਵਿੱਚ ਸਤਿਗੁਰੂ ਜੀਵਾਂ ਉੱਪਰ ਦਇਆ ਕਰਨ ਦਾ ਉਪਦੇਸ਼ ਦਿੰਦੇ ਹਨ। 68 ਤੀਰਥ ਸਗਲ ਪੁੰਨ, ਜੀ ਦਇਆ ਪ੍ਰਵਾਨ। ਭਾਵ ਜੀਵ ਤੇ ਦਇਆ ਕਰਨ ਨਾਲ ਘਰ ਬੈਠਿਆਂ ਹੀ 68 ਤੀਰਥਾਂ ਦਾ ਇਸ਼ਨਾਨ ਦਾ ਫਲ ਪ੍ਰਾਪਤ ਹੁੰਦਾ ਹੈ। ਪਰ ਜੋ ਜੀਵਾਂ ਉੱਤੇ ਜ਼ੁਲਮ ਕਰਦੇ ਹਨ, ਉਹਨਾਂ ਦਾ ਮਾਸ ਖਾਂਦੇ ਹਨ, ਰੱਬ ਉਹਨਾਂ ਕੋਲੋਂ ਜਵਾਬ ਪੁੱਛੇਗਾ, ਦੱਸੋ ਭਾਈ ਇਹ ਜ਼ੁਲਮ ਹੈ ਜਾਂ ਨਹੀਂ। ਕਿਸੇ ਨੂੰ ਜੀਵ ਦੇ ਸਵਾਦ ਵਾਸਤੇ ਜ਼ੋਰ ਨਾਲ ਮਾਰਨਾ ਇਹ ਜ਼ੁਲਮ ਨਹੀਂ ਤਾਂ ਹੋਰ ਕੀ ਹੈ। ਭਗਤ ਕਬੀਰ ਜੀ ਦੱਸਦੇ ਹਨ, ਜਿਹੜਾ ਜੀਵ ਮੂੰਹ ਨਾਲ ਮਾਸ ਖਾਂਦਾ ਹੈ ਉਸੇ ਮੂੰਹ ਉੱਤੇ ਮਾਰ ਪਏਗੀ। ਕਬੀਰ ਜ਼ੋਰ ਕੀਆ ਜੋ ਜ਼ੁਲਮ ਹੈ, ਲੈ ਜਵਾਬ ਖੁਦਾਏ, ਦਫਤਰ ਲੇਖਾ ਨਿਕਸ ਹੈ, ਮਾਰ ਮੋਹੈ ਮੋਹ ਖਾਏ। ਇੱਕ ਕਸਾਈ ਨੇ ਬੱਕਰੀ ਵੱਢਣ ਵਾਸਤੇ ਮੁੱਲ ਲਈ। ਜਦੋਂ ਉਸ ਨੂੰ ਵੱਢਣ ਲੱਗਾ ਤਾਂ ਅਚਾਨਕ ਬੱਕਰੀ ਹੱਸਣ ਲੱਗ ਪਈ ਅਤੇ ਕਸਾਈ ਨੂੰ ਕਹਿਣ ਲੱਗੀ, ਮੈਂ ਤਾਂ ਅੱਕ ਦੀਆਂ ਕਰੂੰਬਲਾਂ ਹੀ ਤੋੜ ਕੇ ਖਾਧੀਆਂ ਸਨ, ਮੇਰਾ ਇਹ ਹਾਲ ਹੋਇਆ ਹੈ। ਤੂੰ ਤਾਂ ਮੇਰਾ ਗਲਾ ਵੱਢ ਕੇ ਮੇਰਾ ਮਾਸ ਸੀਖ ਤੇ ਭਰੋ ਕੇ ਲੂਣ ਲਾ ਕੇ ਭੁੰਨ ਕੇ ਖਾਏਗਾ, ਤੇਰਾ ਕੀ ਹਾਲ ਹੋਵੇਗਾ। ਕੋਹੈ ਕਸਾਈ ਬੱਕਰੀ ਲਾਏ, ਲੂਣ ਸੀਖ ਮਾਸ ਭਰੋਆ, ਹੱਸ ਹੱਸ ਬੋਲੇ ਕੋਹਨ ਦੀ ਖਾਧੈ, ਅੱਕ ਹਾਲ ਉਹ ਹੋਆ। ਮਾਸ ਖਾਨ ਗਲ ਛੁਰੀ ਦੇ ਹਾਲ, ਤਿਨਾੜਾ ਕੌਣ ਅਲੋਆ। ਸਤਿਗੁਰੂ ਜੀ ਕਹਿੰਦੇ ਹਨ, ਜੀਵਾ ਤੇ ਹੰਸਾ ਕਰਕੇ ਮਾਰਨਾ ਤਾਂ ਕਿਤੇ ਰਿਹਾ, ਉਹਨਾਂ ਨੂੰ ਦੁੱਖ ਵੀ ਨਹੀਂ ਦੇਣਾ ਚਾਹੀਦਾ। ਦੁੱਖ ਨਾ ਦੇਈ ਕਿਸੇ, ਜੀ ਪਤ ਸਿਓ ਕਰ ਜਾਵੋ। ਸਾਡੀ ਅੱਜ ਦੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਾਖੀ ਤੋਂ ਵੀ ਇਹੀ ਸੇਧ ਮਿਲਦੀ ਹੈ। ਦੇਵ ਦੂਤ ਦੀ ਬੜੀ ਹੀ ਪਿਆਰੀ ਸਾਖੀ ਸ਼ੁਰੂ ਕਰਨ ਤੋਂ ਪਹਿਲੇ ਆਪ ਜੀ ਅੱਗੇ ਬੇਨਤੀ ਹੈ, ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ। ਜੋ ਚੈਨਲ ਤੇ ਨਵੇਂ ਹਨ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ। ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਨਾਨਕ ਦੇਵ ਜੀ ਇੱਕ ਵਾਰ ਟਾਪੂ ਇਲਾਕੇ ਵਿੱਚ ਗਏ ਜਿੱਥੇ ਕਿ ਬਹੁਤ ਪਹਾੜ ਸਨ। ਇਸ ਵਿੱਚ ਇੱਕ ਦੇਵਗੰਧਾਰ ਨਗਰ ਸੀ ਜਿਸ ਦਾ ਰਾਜਾ ਇੱਕ ਰਾਖਸ਼ ਦੇਵਲੂਤ ਸੀ। ਜਦ ਗੁਰੂ ਜੀ ਇੱਕ ਪਹਾੜ ਪਾਸ ਸੋਹਣੀ ਰਮਣੀਕ ਥਾਂ ਵੇਖ ਕੇ ਬੈਠ ਗਏ ਤਾਂ ਮਰਦਾਨੇ ਨੇ ਕਿਹਾ, ਗੁਰੂ ਜੀ 3 ਦਿਨ ਹੋਏ ਗਏ ਹਨ, ਕੁਝ ਖਾਧਾ ਪੀਤਾ ਨਹੀਂ, ਮੈਨੂੰ ਤਾਂ ਬੜੀ ਭੁੱਖ ਲੱਗੀ ਹੈ। ਗੁਰੂ ਜੀ ਨੇ ਕਿਹਾ, ਮਰਦਾਨਾ
ਇਹ ਨਗਰ ਵੀ ਕੋਟੇ ਰਾਖਸ਼ ਵਰਗਾ ਹੀ ਹੈ, ਜਿਸ ਨੇ ਤੈਨੂੰ ਤੇਲ ਦੇ ਤਪਦੇ ਕੜਾਹੇ ਵਿੱਚ ਪਾ ਦਿੱਤਾ ਸੀ। ਹੁਣ ਜੇ ਤੇਰੀ ਮਰਜ਼ੀ ਹੈ ਤਾਂ ਚਲਿਆ ਜਾ, ਕੁਝ ਖਾ ਪੀ ਆ। ਮਰਦਾਨੇ ਨੇ ਕਿਹਾ, ਸੜ ਜਾਵੇ ਇਹ ਨਗਰ, ਮੈਂ ਇਸ ਵਿੱਚ ਕਦੀ ਨਾ ਜਾਵਾਂਗਾ। ਗੁਰੂ ਜੀ ਨੇ ਹੱਸ ਕੇ ਕਿਹਾ, ਇਸ ਨਗਰ ਵਿੱਚ ਜਾਣ ਤੋਂ ਬਿਨਾ ਕੰਮ ਨਹੀਂ ਬਣੇਗਾ, ਇਸ ਕਰਕੇ ਅੱਜ ਤੂੰ ਜ਼ਰੂਰ ਚਲਿਆ ਜਾ। ਮਰਦਾਨੇ ਨੇ ਕਿਹਾ, ਗੁਰੂ ਜੀ ਮੈਨੂੰ ਰਾਖਸ਼ ਪਾਸੋਂ ਕਿਉਂ ਮਰਵਾਉਂਦੇ ਹੋ, ਆਪ ਹੀ ਮੈਨੂੰ ਮਾਰ ਦਿਓ। ਇਸ ਤਰ੍ਹਾਂ ਹਾਸ ਬਿਲਾਸ ਦੇ ਬਚਨ ਹੋ ਰਹੇ ਸਨ ਕਿ ਰਾਖਸ਼ਾਂ ਦਾ ਰਾਜਾ ਸ਼ਿਕਾਰ ਖੇਡਣ ਵਾਸਤੇ ਭਿਆਨਕ ਫੌਜ ਲੈ ਕੇ ਆ ਗਿਆ। ਰਾਖਸ਼ਾਂ ਦੇ ਬੜੇ ਵੱਡੇ ਵੱਡੇ ਕੱਦ, ਰੰਗ ਕਾਲੇ, ਮੂੰਹ ਚੋਂ ਲੰਮੇ ਲੰਮੇ ਚਿੱਟੇ ਦੰਦ ਬਾਹਰ ਨਿਕਲੇ ਹੋਏ ਸਨ। ਨਾਸਾਂ ਤੇ ਮੂੰਹ ਦੇ ਛੇਕ ਖੂਹ ਵਾਂਗੂ ਵੱਡੇ ਵੱਡੇ, ਅੱਖਾਂ ਲਾਲ ਲਹੂ ਵਰਗੀਆਂ, ਗਲ ਹੱਡਾਂ ਦੀ ਮਾਲਾ। ਜਦ ਇਹ ਭਿਆਨਕ ਰੂਪ ਫੌਜ ਮਰਦਾਨੇ ਨੇ ਵੇਖੀ ਤਾਂ ਡਰ ਨਾਲ ਉਸਦੇ ਸਾਹ ਸੁੱਕ ਗਏ। ਕਹਿਣ ਲੱਗਾ, ਗੁਰੂ ਜੀ ਜੇਕਰ ਕੋਈ ਉਪਾਅ ਹੋ ਸਕਦਾ ਹੈ ਤਾਂ ਕਰੋ, ਨਹੀਂ ਤਾਂ ਇਹਨਾਂ ਨੇ ਹੁਣੇ ਹੀ ਆਣ ਕੇ ਮੈਨੂੰ ਮਾਰ ਦੇਣਾ ਹੈ। ਮਰਦਾਨੇ ਨੂੰ ਇਸ ਤਰ੍ਹਾਂ ਪੈਪੀਤ ਹੋਇਆ ਵੇਖ ਕੇ ਗੁਰੂ ਜੀ ਨੇ ਕਿਹਾ, ਮਰਦਾਨਾ ਕਰਤਾਰ ਕਰਤਾਰ ਜਪੀ ਜਾ ਅਤੇ ਮਨ ਵਿੱਚ ਧੀਰਜ ਧਾਰ ਅਤੇ ਤਮਾਸ਼ਾ ਵੇਖ ਕੀ ਬਣਦਾ ਹੈ। ਇਤਨੇ ਸਮੇਂ ਨੂੰ ਰਾਖਸ਼ਾਂ ਦੇ ਰਾਜੇ ਨੇ ਰਾਖਸ਼ਾਂ ਨੂੰ ਆਖਿਆ ਕਿ ਮਨੁੱਖ ਦਾ ਮਾਸ ਖਾਣ ਨੂੰ ਅੱਜ ਬੜੇ ਚਿਰ ਪਿਛੋਂ ਮਿਲਿਆ ਹੈ। ਜਾਓ, ਉਹ 3 ਮਨੁੱਖ ਜੋ ਪਹਾੜ ਪਾਸ ਬੈਠੇ ਹਨ ਉਹਨਾਂ ਨੂੰ ਫੜ ਲਿਆਓ। ਆਪਣੇ ਰਾਜੇ ਦਾ ਹੁਕਮ ਸੁਣ ਕੇ ਜਦੋਂ 3 ਰਾਖਸ਼ੀ ਗੁਰੂ ਜੀ ਪਾਸ ਆਏ ਤਾਂ ਉਹ ਅੰਨੇ ਹੋ ਗਏ, ਉਹਨਾਂ ਨੂੰ ਰਸਤਾ ਵੀ ਨਾ ਦਿਸੇ ਕਿੱਧਰ ਜਾਣ ਦਾ। ਜਦ ਇਸ ਤਰ੍ਹਾਂ ਵਿਆਕੁਲ ਹੋ ਕੇ ਰਾਖਸ਼ ਪਿੱਛੇ ਮੁੜੇ ਤਾਂ ਉਹਨਾਂ ਨੂੰ ਦਿਸਣ ਲੱਗ ਪਿਆ। ਉਹਨਾਂ ਨੇ ਸਾਰੀ ਵਾਰਤਾ ਰਾਜੇ ਨੂੰ ਜਾ ਕੇ ਦੱਸੀ। ਰਾਜੇ ਨੇ ਬੜੇ ਗੁੱਸੇ ਨਾਲ ਕਿਹਾ, ਉੱਥੇ ਜਾ ਕੇ ਤੁਹਾਡੀਆਂ ਅੱਖਾਂ ਦਾ ਕੀ ਹੋ ਗਿਆ ਸੀ। ਰਾਜੇ ਨੇ ਫਿਰ 3 ਆਦਮੀ ਭੇਜੇ ਜੋ ਦੌੜ ਕੇ ਗੁਰੂ ਜੀ ਲਾਗੇ ਗਏ ਤਾਂ ਪਹਿਲੇ 3 ਵਾਂਗੂ ਉਹ ਵੀ ਅੰਨੇ ਹੋ ਗਏ। ਉਹਨਾਂ ਨੇ ਰਾਜੇ ਨੂੰ ਆਣ ਕੇ ਦੱਸਿਆ, ਮਹਾਰਾਜ ਜਦ ਅਸੀਂ ਉਹਨਾਂ ਦੇ ਨੇੜੇ ਜਾਂਦੇ ਹਾਂ ਤਾਂ ਅੰਨੇ ਹੋ ਜਾਂਦੇ ਹਾਂ, ਜਦ ਪਿੱਛੇ ਹਟ ਆਉਂਦੇ ਹਾਂ ਤਾਂ ਸਾਨੂੰ ਦਿਸਣ ਲੱਗ ਪੈਂਦਾ ਹੈ। ਇਹ ਬੜੀ ਅਜੀਬ ਗੱਲ ਹੈ, ਸਾਡੀ ਸਮਝ ਵਿੱਚ ਨਹੀਂ ਆਉਂਦਾ। ਇਸੇ ਤਰ੍ਹਾਂ ਰਾਖਸ਼ਾਂ ਦੇ ਰਾਜੇ ਨੇ 7 ਵਾਰ 3-3 ਆਦਮੀ ਭੇਜੇ ਤਾਂ ਹੈਰਾਨ ਹੋ ਕੇ ਉਸਨੇ ਆਪਣੇ ਮੰਤਰੀ ਨੂੰ ਪੁੱਛਿਆ ਕਿ ਇਹ ਕੀ ਕੌਤਕ ਹੈ। ਮੈਂ 7 ਵਾਰ ਆਦਮੀ ਭੇਜੇ ਹਨ ਪਰ ਕੋਈ ਵੀ ਉਹਨਾਂ ਨੂੰ ਫੜ ਕੇ ਨਹੀਂ ਲਿਆਇਆ। ਮੰਤਰੀ ਨੇ ਕਿਹਾ, ਰਾਜਾ ਜੀ ਇਹ ਤਾਂ ਕੋਈ ਕਲਾਵਾਨ ਜਾਪਦਾ ਹੈ, ਜੇਕਰ ਹੁਕਮ ਕਰੋ ਤਾਂ ਮੈਂ ਆਪ ਜਾ ਕੇ ਵੇਖਾਂ। ਰਾਜੇ ਦੀ ਆਗਿਆ ਲੈ ਕੇ ਮੰਤਰੀ ਬੜੀ ਸ਼ਰਧਾ ਧਾਰ ਕੇ ਗੁਰੂ ਜੀ ਵੱਲ ਤੁਰ ਪਿਆ ਅਤੇ ਹੱਥ ਜੋੜ ਕੇ ਅਰਦਾਸਾਂ ਕਰਦਾ ਹੋਇਆ ਆਪ ਹੀ ਪਾਸ ਆਣ ਕੇ ਚਰਨਾਂ ਤੇ ਮੱਥਾ ਟੇਕ ਕੇ ਬੈਠ ਗਿਆ। ਬੇਨਤੀ ਕਰਕੇ ਪੁੱਛਿਆ, ਤੁਹਾਡਾ ਨਾਮ ਕੀ ਹੈ, ਕਿੱਥੋਂ ਚੱਲ ਕੇ ਆਏ ਹੋ ਅਤੇ ਅੱਗੇ ਕਿੱਥੇ ਜਾਓਗੇ। ਗੁਰੂ ਜੀ ਨੇ ਕਿਹਾ, ਸਾਡਾ ਨਾਮ ਨਾਨਕ ਨਿਰੰਕਾਰੀ ਹੈ, ਵੈਰਾਗ ਧਾਰਨ ਕਰਕੇ ਆਪਣੀ ਮੌਜ ਵਿੱਚ ਵਿਚ ਰਹੇ ਹਾਂ। ਵਜ਼ੀਰ ਨੇ ਜਾ ਕੇ ਰਾਜੇ ਨੂੰ ਦੱਸਿਆ ਕਿ ਤੁਹਾਡੇ ਨਗਰ ਵਿੱਚ ਤਾਂ ਕਰਤਾਰ ਆਪ ਆਇਆ ਹੈ, ਸ਼ਰਧਾ ਧਾਰ ਕੇ ਉਹਨਾਂ ਦੀ ਸ਼ਰਨ ਪਵੋ, ਤੁਹਾਡਾ ਨਿਸਤਾਰਾ ਹੋ ਜਾਵੇਗਾ। ਦੇਵਲੂਤ ਨੇ ਵਜ਼ੀਰ ਨੂੰ ਕਿਹਾ, ਮਨੁੱਖ ਮੇਰੀ ਖੁਰਾਕ ਚਾਹੀਦੀ ਹੈ, ਮੈਂ ਤੇਰੀ ਗੱਲ ਮੰਨ ਕੇ ਉਹਨਾਂ ਦੀ ਸ਼ਰਨ ਗ੍ਰਹਿਣ ਨਹੀਂ ਕਰ ਸਕਦਾ, ਮੈਂ ਆਪ ਜਾ ਕੇ ਵੇਖਦਾ ਹਾਂ ਉਹ ਕੈਸੇ ਹਨ। ਜਦੋਂ ਦੇਵਲੂਤ ਸਾਰੇ ਰਾਖਸ਼ਾਂ ਨੂੰ ਨਾਲ ਲੈ ਕੇ ਗੁਰੂ ਜੀ ਵੱਲ ਆਇਆ ਤਾਂ ਗੁਰੂ ਜੀ ਦੇ ਨੇੜੇ ਆਣ ਕੇ ਇੱਕ ਮੰਤਰੀ ਤੋਂ ਬਿਨਾ ਸਾਰੇ ਰਾਖਸ਼ਾਂ ਸਹਿਤ ਉਹ ਅੰਨਾ ਹੋ ਗਿਆ। ਇਹ ਕੌਤਕ ਵੇਖ ਕੇ ਦੇਵਲੂਤ ਨੇ ਕਿਹਾ, ਹੇ ਮੰਤਰੀ ਜੈਸਾ ਤੂੰ ਕਹਿੰਦਾ ਸੀ ਇਹ ਤਾਂ ਵੈਸੇ ਹੀ ਪੂਰਨ ਪੁਰਖ ਹਨ, ਹੁਣ ਜੇ ਇਹ ਕਿਰਪਾ ਕਰਨ ਮੈਨੂੰ ਦਰਸ਼ਨ ਦੇਣ ਤਾਂ ਮੈਂ ਇਹਨਾਂ ਦੀ ਸ਼ਰਨ ਲੈ ਕੇ ਸਦਾ ਸੇਵਾਦਾਰ ਬਣਿਆ ਰਹਾਂਗਾ। ਵਜ਼ੀਰ ਸਮਝ ਗਿਆ ਕਿ ਰਾਜਾ ਸ਼ਰਧਾਵਾਨ ਹੋ ਗਿਆ ਹੈ, ਇਸ ਦੇ ਮਨ ਵਿੱਚ ਕੋਈ ਮੈਲ ਨਹੀਂ ਰਹੀ ਤਾਂ ਉਸਨੇ ਗੁਰੂ ਜੀ ਪਾਸ ਜਾ ਕੇ ਬੇਨਤੀ ਕੀਤੀ, ਹੇ ਮੁਕਤੀ ਦਾਤਾ ਰਾਜੇ ਨੂੰ ਹੁਣ ਪ੍ਰਤੀਤ ਆ ਗਈ ਹੈ, ਆਪਣੀ ਕਿਰਪਾ ਦ੍ਰਿਸ਼ਟੀ ਕਰਕੇ ਦਰਸ਼ਨ ਦਿਓ। ਤਾਂ ਗੁਰੂ ਜੀ ਨੇ ਕਿਹਾ, ਰਾਜਾ ਆਪਣੀਆਂ ਅੱਖਾਂ ਖੋਲ ਕੇ ਤਾਂ ਵੇਖ, ਅਸੀਂ ਤੇਰੇ ਪਾਸ ਹੀ ਬੈਠੇ ਹਾਂ। ਰਾਜੇ ਨੇ ਜਦੋਂ ਇਹ ਬਚਨ ਸੁਣਿਆ ਤਾਂ ਉਸਦੇ ਨੇਤਰ ਖੁੱਲ ਗਏ। ਉਸਨੇ ਗੁਰੂ ਜੀ ਦੇ ਚਰਨਾਂ ਦੇ ਸਿਰ ਰੱਖ ਕੇ ਬੇਨਤੀ ਕੀਤੀ ਕਿ ਮੈਂ ਆਪ ਜੀ ਦੀ ਜੋ ਅਵਗਿਆ ਕੀਤੀ ਹੈ ਮੈਨੂੰ ਮਾਫੀ ਦਿਓ ਅਤੇ ਮੇਰੇ ਨਾਲ ਨਗਰ ਵਿੱਚ ਚੱਲ ਕੇ ਨਿਵਾਸ ਕਰੋ। ਉਸ ਦੀ ਬੇਨਤੀ ਪ੍ਰਵਾਨ ਕਰਕੇ ਗੁਰੂ ਜੀ ਉਸਦੇ ਘਰ ਚਲੇ ਗਏ। ਉਸ ਦੇਵਲੂਤ ਨੇ ਗੁਰੂ ਜੀ ਦਾ ਬੜਾ ਹੀ ਸੁੰਦਰ ਮੰਦਰ ਨਿਵਾਸ ਕਰਾ ਕੇ ਉਹਨਾਂ ਦੀ ਸੇਵਾ ਕੀਤੀ। ਦੇਵਲੂਤ ਨੇ ਗੁਰੂ ਜੀ ਨੂੰ ਬੜੇ ਸਤਿਕਾਰ ਨਾਲ ਆਪਣੇ ਘਰ ਨਿਵਾਸ ਕਰਾ ਕੇ ਛਕਣ ਵਾਸਤੇ ਫਲ, ਮੇਵੇ ਅਤੇ ਹੋਰ ਪਦਾਰਥ ਭੇਟਾ ਕਰਕੇ ਬੇਨਤੀ ਕੀਤੀ ਕਿ ਛਕਣਾ ਕਰੋ। ਗੁਰੂ ਜੀ ਨੇ ਕਿਹਾ, ਜੇਕਰ ਪਹਿਲਾਂ ਤੂੰ ਸਾਡੀ ਇੱਕ ਗੱਲ ਮੰਨ ਲਵੇਂਗਾ ਤਾਂ ਅਸੀਂ ਤੇਰਾ ਇਹ ਭੋਜਨ ਛਕਾਂਗੇ। ਤੁਸੀਂ ਰਾਖਸ਼ ਲੋਕ ਜੀਵ ਹੱਤਿਆ ਕਰਨ ਵਾਲੇ ਹੋ। ਦੇਵਲੂਤ ਨੇ ਕਿਹਾ, ਸੰਤ ਜੀ ਜਿਵੇਂ ਤੁਸੀਂ ਹੁਕਮ ਕਰੋਗੇ ਮੈਂ ਉਸੇ ਤਰ੍ਹਾਂ ਮੰਨਾਂਗਾ। ਤਾਂ ਗੁਰੂ ਜੀ ਨੇ ਕਿਹਾ, ਪਹਿਲਾਂ ਮਾਸ ਖਾਣਾ ਛੱਡੋ, ਜਿਸ ਵਾਸਤੇ ਤੁਸੀਂ ਜੀਵ ਹੱਤਿਆ ਕਰਦੇ ਹੋ। ਨਾਮ ਜਪਣਾ ਕਰੋ, ਜਿਸ ਨਾਲ ਤੁਹਾਡਾ ਲੋਕ ਅਤੇ ਪਰਲੋਕ ਸੁਧਰੇ। ਕੁਝ ਸਮਾਂ ਪਹਿਲੇ ਰਾਖਸ਼ਾਂ ਦੀ ਕੁਲ ਵਿੱਚੋਂ ਹਰਨਾਕਸ਼ ਦੇ ਘਰ ਪੈਦਾ ਹੋ ਕੇ ਪ੍ਰਹਿਲਾਦ ਨੇ ਨਾਮ ਜਪਿਆ ਸੀ, ਜਿਸ ਦੀ ਪਰਮਾਤਮਾ ਨੇ ਦੋਹਾਂ ਲੋਕਾਂ ਵਿੱਚ ਪੈਜ ਰੱਖੀ। ਇਹ ਗੱਲ ਅੱਜ ਤੱਕ ਪ੍ਰਸਿੱਧ ਆ ਰਹੀ ਹੈ।
ਰਾਵਣ ਅਤੇ ਭਵਿੱਖਣ ਦੋਵੇਂ ਭਾਈ ਸਨ। ਰਾਵਣ ਨੂੰ ਸ਼੍ਰੀ ਰਾਮਚੰਦਰ ਜੀ ਨੇ ਮਾਰ ਕੇ ਭਵਿੱਖਣ ਨੂੰ ਆਪਣਾ ਭਗਤ ਜਾਣ ਕੇ ਲੰਕਾ ਦਾ ਰਾਜ ਦੇ ਦਿੱਤਾ ਸੀ। ਤੂੰ ਵੀ ਭਵਿੱਖਣ ਵਾਂਗੂ ਸ਼ਰਧਾ ਨਾਲ ਭਗਤੀ ਕਰ ਅਤੇ ਨਾਮ ਜਪ, ਨਹੀਂ ਤਾਂ ਇਹ ਜੋ ਜੀਵ ਹੱਤਿਆ ਕਰਕੇ ਤੁਸੀਂ ਪਾਪ ਕਰਦੇ ਹੋ, ਇਹਨਾਂ ਦੇ ਕਾਰਨ ਤੁਸੀਂ ਨਰਕ ਭੋਗੋਗੇ ਅਤੇ ਦੁੱਖ ਪਾਓਗੇ। ਨਾਮ ਤੋਂ ਬਿਨਾਂ ਉੱਥੇ ਤੁਹਾਡੀ ਹੋਰ ਕਿਸੇ ਨੇ ਰੱਖਿਆ ਨਹੀਂ ਕਰਨੀ। ਗੁਰੂ ਜੀ ਦਾ ਇਹ ਉਪਦੇਸ਼ ਸੁਣ ਕੇ ਰਾਜਾ ਅਤੇ ਵਜ਼ੀਰ ਆਪ ਹੀ ਗੁਰੂ ਜੀ ਦੇ ਚਰਨਾਂ ਤੇ ਪੈ ਗਏ ਅਤੇ ਕਿਹਾ, ਅਸੀਂ ਤੁਹਾਡੇ ਹੁਕਮ ਅਨੁਸਾਰ ਚੱਲਾਂਗੇ। ਦੇਵਲੋਕ ਦੀ ਇਹ ਗੱਲ ਸੁਣ ਕੇ ਗੁਰੂ ਜੀ ਨੇ ਮਰਦਾਨਾ ਜੀ ਨੂੰ ਕਿਹਾ, ਭੋਜਨ ਤਿਆਰ ਕਰੋ। ਅਤੇ ਜਦੋਂ ਉਹਨਾਂ ਨੇ ਭੋਜਨ ਤਿਆਰ ਕਰ ਦਿੱਤਾ ਤਾਂ ਗੁਰੂ ਜੀ ਨੇ ਅੱਧਾ ਪ੍ਰਸ਼ਾਦ ਆਪ ਛਕਿਆ ਅਤੇ ਬਾਕੀ ਅੱਧਾ ਰਾਜੇ ਨੂੰ ਅਤੇ ਉਸ ਦੇ ਮੰਤਰੀ ਨੂੰ ਛਕਣ ਵਾਸਤੇ ਦਿੱਤਾ। ਪ੍ਰਸ਼ਾਦ ਛਕਣ ਨਾਲ ਉਹਨਾਂ ਦੋਹਾਂ ਦੇ ਕਪਾਟ ਖੁੱਲ ਗਏ। ਤਤਕਾਲ ਹੀ ਉਹ ਮੁਕਤੀ ਦੇ ਅਧਿਕਾਰੀ ਹੋ ਗਏ। ਗੁਰੂ ਜੀ ਨੇ ਉੱਥੇ ਕੁਝ ਸਮਾਂ ਨਿਵਾਸ ਰੱਖ ਕੇ ਸਾਰੇ ਰਾਖਸ਼ਾਂ ਨੂੰ ਨਾਮ ਜਪਣ ਵਿੱਚ ਲਾ ਕੇ ਸਤਸੰਗ ਕਰਨ ਦੀ ਮਰਿਆਦਾ ਸਥਾਪਨ ਕੀਤੀ ਅਤੇ ਜਦੋਂ ਗੁਰੂ ਜੀ ਵਿਦਾ ਹੋਣ ਲੱਗੇ ਤਾਂ ਰਾਖਸ਼ਾਂ ਨਾਲ ਮਿਲ ਕੇ ਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਅਤੇ ਗੁਰੂ ਨਾਨਕ ਦੇਵ ਜੀ ਦਾ ਨਾਮ ਜਪਣ ਲੱਗ ਪਏ। ਸ਼੍ਰੀ ਗੁਰੂ ਚਰਨ ਖਗੇਸ਼ ਸਮ ਜਾਏ, ਸ਼ਰਨ ਤਿਨ ਕੋਏ, ਜਗ ਬੰਧਨ ਇਹ ਰਾਜ ਸੇ, ਮੁਕਤੇ ਤਿਨ ਤੇ ਸੋਏ। ਭਾਵ ਜੋ ਸਤਿਗੁਰੂ ਜੀ ਦੇ ਸ਼ਰਨ ਗਰੜ ਸਮਾਨ ਹਨ, ਜਿਹੜਾ ਉਹਨਾਂ ਦੀ ਸ਼ਰਨ ਲੈਂਦਾ ਹੈ ਉਹ ਵੱਡੇ ਵੱਡੇ ਸੱਪਾਂ ਦੇ ਸਮਾਨ ਜੋ ਜਗਤ ਬੰਧਨ ਹਨ ਉਹਨਾਂ ਤੋਂ ਵੀ ਛੁਟਕਾਰਾ ਪਾ ਲੈਂਦਾ ਹੈ। ਇਸ ਸਾਖੀ ਤੋਂ ਤਾਂ ਇਹੀ ਸਿੱਧ ਮਿਲਦੀ ਹੈ, ਗੁਰੂ ਜੀ ਤਾਂ ਇੱਕ ਰਾਖਸ਼ ਨੂੰ ਵੀ ਹਿੰਸਾ ਕਰਨ ਤੋਂ ਰੋਕ ਰਹੇ ਹਨ ਅਤੇ ਆਪਣੇ ਸਿੱਖਾਂ ਨੂੰ ਮਾਸ ਖਾਣ ਦੀ ਕਿਵੇਂ ਆਗਿਆ ਦੇ ਸਕਦੇ ਹਨ। ਬੰਦਾ ਇੱਕ ਪਾਸੇ ਧਾਰਮਿਕ ਗ੍ਰੰਥਾਂ ਦੇ ਪਾਠ ਵੀ ਕਰੀ ਜਾਵੇ, ਦੂਸਰੇ ਪਾਸੇ ਜੀਵਾਂ ਨੂੰ ਵੀ ਮਾਰੀ ਜਾਵੇ ਤਾਂ ਉਸ ਦਾ ਕੀਤਾ ਪੂਜਾ ਪਾਠ ਕਿਸੇ ਲੇਖੇ ਨਹੀਂ ਪਵੇਗਾ। ਵੇਦ ਪੜ੍ਹੇ ਮੁਖ ਮਿੱਠੀ ਬਾਣੀ, ਜੀਆਂ ਕੋ ਹੱਥ ਸੋ ਸੰਗਿਆ ਪੁਰਾਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।